गुरु प्यारी साध संगत जी, वाहिगुरु जी का खालसा, वाहिगुरु जी की फतेह। गुरु प्यारिओ, आप जी नूं बंदी छोड़ दिहाड़े दियां लख लख ਵਧਾਈਆਂ ਹੋਣ जी। अकाल पुरख वाहिगुरु जी आप जी दे सिर ते सदा ही मेहर भरिया हथ रखण। गुरु प्यारिओ, मुगल साम्राज्य विच जो अन्याय ते जुलम दी हुकूमत हो रही सी, संसार विच प्रसिद्ध हो गया सी कि मुगल साम्राज दे विच लोकां नूं न्याय नहीं मिल रहा। कुछ राजे सी, उन्हां नूं कैदी बना के ग्वालियर दे किले विच बंद कीता गया। उन्हां ते इन्ने जुलम कीते गए जिहदा हाल सुन के लोकां नूं कंबणी छुट जांदी। किसे बंदी दी अखां विच सूए मार के उन्हां दियां अखां कढ देणियां, किसे नूं खत्म करन लई उहदे बिच्छू दे डंग मरा देणे जां जहर दे देणी। ਇਹ ਜ਼ਾਲਿਮਾਂ ਦੇ ਖਾਤਮੇ ਵਾਸਤੇ ਜ਼ਰੂਰੀ ਸੀ ਕਿ ਕੋਈ ਮਹਾਂਪੁਰਖ ਉਹਨਾਂ ਬੰਦੀਆਂ ਲਈ ਜੋ ਆਪ ਬੰਦੀ ਹੋ ਕੇ ਬੰਦੀਆਂ ਨੂੰ ਛੁਡਾ ਲਵੇ। ਅਚਾਨਕ ਹੀ ਉਹ ਸਮਾਂ ਆ ਬਣਿਆ। ਅਕਾਲ ਪੁਰਖ ਵਾਹਿਗੁਰੂ ਨੇ ਇਹਨਾਂ ਕੈਦੀਆਂ ਦੀ ਅਰਦਾਸ ਕਬੂਲ ਕੀਤੀ। ਦਿੱਲੀ ਤੇ ਆਗਰੇ ਵਿੱਚ ਮੀਰੀ ਪੀਰੀ ਦੇ ਮਾਲਕ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਤੇ ਬਾਦਸ਼ਾਹ ਜਹਾਂਗੀਰ ਜੋ ਉਹਨਾਂ ਦਾ ਇਕੱਠਾ ਨਿਵਾਸ ਤੇ ਸਫ਼ਰ ਰਿਹਾ, ਉਹਦੇ ਵਿੱਚ ਗੁਰੂ ਜੀ ਦੇ ਰੂਹਾਨੀ ਬਲ, ਜਲਾਲ ਤੇ ਕਮਾਲ ਦੇ ਕਈ ਜਲਵੇ ਬਾਦਸ਼ਾਹ ਜਹਾਂਗੀਰ ਨੇ ਵੇਖੇ ਤੇ ਜਾਣਿਆ ਕਿ ਇਹਨਾਂ ਨੂੰ ਸੱਚੇ ਪਾਤਸ਼ਾਹ ਜੀ ਕਿਹਾ ਜਾਂਦਾ ਹੈ। ਪਰ ਮੈਨੂੰ ਦੁਨੀਆ ਦੇ ਲੋਕ ਦੇਖੋ, ਮੈਂ ਕਿੱਡੇ ਵੱਡੇ ਤਖਤ ਦਾ ਮਾਲਕ ਹਾਂ, ਦਿੱਲੀ ਦਾ ਮੈਂ ਰਾਜਾ ਹਾਂ, ਮੈਨੂੰ ਕੋਈ ਸੱਚਾ ਪਾਤਸ਼ਾਹ ਨਹੀਂ ਕਹਿੰਦਾ। ਤਾਂ ਉਹਨੇ ਫਿਰ ਆਪਣੇ ਮਨ ਦੇ ਵਿੱਚ ਮੰਦ ਭਾਵਨਾ ਬਣਾ ਲਈ। ਭਾਵੇਂ ਕੁਝ ਇਤਿਹਾਸਕਾਰ ਲਿਖਦੇ ਹਨ ਕਿ ਜਹਾਂਗੀਰ ਨੂੰ ਕੋਈ ਰੋਗ ਹੋ ਗਿਆ ਸੀ। ਉਹਨੇ ਜੋਤਸ਼ਾਂ ਕੋਲੋਂ ਕਾਰਨ ਪੁੱਛਿਆ ਤੇ ਉਹਨਾਂ ਨੇ ਦੱਸਿਆ ਕਿ ਕੋਈ ਮਹਾਂਪੁਰਖ ਇਕਾਂਤ ਵਿੱਚ ਬੈਠ ਕੇ 40 ਦਿਨ ਤਪ ਕਰੇ ਤਾਂ ਠੀਕ ਹੋ ਸਕਦਾ ਹੈ। ਬਾਦਸ਼ਾਹ ਨੇ ਜੋਤਸ਼ੀਆਂ ਦੇ ਮਸ਼ਵਰੇ ਨੂੰ ਮੰਨਿਆ। ਗੁਰੂ ਜੀ ਅੱਗੇ ਬੇਨਤੀ ਕੀਤੀ ਹੈ ਕਿ ਮਹਾਰਾਜ ਤੁਸੀਂ ਗਵਾਲੀਅਰ ਦੇ ਕਿਲੇ ਵਿੱਚ ਚਲੇ ਜਾਓ, ਮੇਰੇ ਲਈ 40 ਦਿਨ ਜਾਪ ਕਰੋ। ਇਹ ਜਿਹੜੀ ਲਿਖਤ ਹੈ, ਕੁਝ ਵਿਦਵਾਨ ਕਹਿੰਦੇ ਹਨ ਅਸਲ ਦੇ ਆਧਾਰ ਤੇ ਨਿਰਮੂਲ ਪ੍ਰਤੀਤ ਨਹੀਂ ਹੁੰਦੀ, ਕਿਉਂਕਿ ਸੱਚੇ ਪਾਤਸ਼ਾਹ ਜੀ ਜਿਹੜੇ ਹਨ ਅਜਿਹੀ ਵਹਿਮ ਭਰੀ ਕਿਸੇ ਦੀ ਬੇਨਤੀ ਨੂੰ ਪ੍ਰਵਾਨ ਨਹੀਂ ਸੀ ਕਰਦੇ, ਕਿਉਂਕਿ ਗੁਰੂ ਜੀ ਆਪ ਨਾਟਕ ਚੇਟਕ ਦੇ ਵਿਰੁੱਧ ਸਨ। ਪਰ ਕੁਝ ਵਿਦਵਾਨ ਇਸ ਗੱਲ ਨਾਲ ਸਹਿਮਤ ਹੋ ਜਾਂਦੇ ਹਨ, ਕਿਉਂਕਿ ਕਿਵੇਂ ਨਾ ਕਿਵੇਂ ਕਿਹਾ ਜਾਂਦਾ ਹੈ ਕਿ ਚੰਦੂ ਨੇ ਜਹਾਂਗੀਰ ਨਾਲ ਰਲ ਕੇ ਸਾਜ਼ਿਸ਼ ਕੀਤੀ ਸੀ। ਜੋਤਸ਼ਾਂ ਦੇ ਮੂੰਹੋਂ ਕਹਾ ਦਿੱਤਾ ਸੀ। ਮਹਾਰਾਜ ਜਾਣਦੇ ਸੀ ਇਹਨਾਂ ਦਾ ਕਪਟ, ਸੰਤ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਤਰਸ ਕਰਕੇ ਗੁਰੂ ਜੀ ਇੱਥੇ ਗਏ ਹਨ ਤਾਂ ਗੁਰੂ ਮਹਾਰਾਜ ਜੀ ਨੇ ਜਾਣਿਆ ਕਿ ਇਹਨਾਂ ਨੇ ਬਹਾਨਾ ਬਣਾਇਆ। ਗੁਰੂ ਜੀ ਕੋਲੋਂ ਇਹਨਾਂ ਨੇ ਮੰਗ ਕੀਤੀ ਹੈ ਕਿ ਤੁਹਾਡੇ ਕੋਲ ਜਿਹੜਾ ਖਜ਼ਾਨਾ ਹੈ ਉਹਦੇ ਵਿੱਚੋਂ ਸਾਨੂੰ ਕੁਝ ਹਿੱਸਾ ਦੇ ਦਿਓ। ਤੇ ਗੁਰੂ ਜੀ ਤੋਂ ਇਹਨਾਂ ਨੇ ਹੋਰ ਨਜਾਇਜ਼ ਮੰਗਾਂ ਦੀ ਗੱਲ ਕੀਤੀ ਤਾਂ ਮਹਾਰਾਜ ਨੇ ਸਾਫ਼ ਇਨਕਾਰ ਕਰ ਦਿੱਤਾ। ਫਿਰ ਗੁਰੂ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਭੇਜਿਆ ਗਿਆ। ਪਰ ਕੁਝ ਇਤਿਹਾਸਕਾਰ ਕਹਿੰਦੇ ਹਨ ਕਿ ਗੁਰੂ ਮਹਾਰਾਜ 40 ਦਿਨ ਉੱਥੇ ਗਏ ਹਨ, ਨਾਮ ਜਪਿਆ। ਮਹਾਰਾਜ ਨਾਲ ਵਾਅਦਾ 40 ਦਿਨਾਂ ਦਾ ਕੀਤਾ ਸੀ, ਪਰ ਜਦੋਂ 40 ਦਿਨ ਗੁਜ਼ਰ ਗਏ, 42 ਦਿਨ ਹੋ ਗਏ, ਉਸ ਸਮੇਂ ਸਤਿਗੁਰੂ ਜੀ ਨੂੰ ਕਿਲੇ ਵਿੱਚੋਂ ਨਾ ਬੁਲਾਇਆ, ਬੁਲਾਉਣਾ ਹੀ ਭੁੱਲ ਗਿਆ ਬਾਦਸ਼ਾਹ। ਤੇ ਬਾਦਸ਼ਾਹ ਦੀ ਬੇਨਤੀ ਕਰਨ ਉੱਤੇ ਕਿਲੇ ਵਿੱਚ 40 ਦਿਨ ਗਏ ਤੇ ਫਿਰ ਵਾਪਿਸ ਬੁਲਾਉਣ ਦਾ ਮਤਲਬ ਹੀ ਕਿ 40 ਦਿਨ ਪੂਰਾ ਹੋਣ ਤੇ ਮਹਾਰਾਜ ਆਪ ਵੀ ਆ ਸਕਦੇ ਸਨ, ਪਰ ਸ਼ਾਹੀ ਹੁਕਮ ਦੇ ਨਾਲ ਆ ਸਕਣਾ ਸੀ।
ਇਸ ਗੱਲ ਦੀ ਇੱਥੇ ਗਵਾਹੀ ਹੈ ਕਿ ਉਹਨਾਂ ਨੂੰ ਸ਼ਾਹੀ ਕੈਦੀ ਬਣਾ ਕੇ ਭੇਜਿਆ ਗਿਆ ਸੀ ਤੇ ਮਹਾਰਾਜ ਜੀ ਨਾਲ ਇੱਕ ਜਾਲ ਬੁਣਿਆ ਗਿਆ। ਇਹ ਸਾਜ਼ਿਸ਼ ਸੀ ਚੰਦੂ ਦੁਆਰਾ, ਉਸ ਜੋਤਿਸ਼ੀ ਦੁਆਰਾ, ਨਜੂਮੀ ਦੁਆਰਾ। ਸਾੜ ਸਤੀ ਤਾਂ ਇੱਕ ਬਹਾਨਾ ਸੀ, ਬਿਮਾਰੀ ਤਾਂ ਇੱਕ ਬਹਾਨਾ ਸੀ। ਭਾਣਾ ਵਰਤ ਗਿਆ। ਸੱਚੇ ਪਾਤਸ਼ਾਹ ਜੀ 5 ਸਿੱਖਾਂ ਦੇ ਨਾਲ ਗਵਾਲੀਅਰ ਦੇ ਕਿਲੇ ਵਿੱਚ ਜਾ ਬੈਠੇ ਤੇ ਇਹ ਦਿਨ 11 ਵਿਸਾਖ ਸੰਮਤ 1678 ਵਿਕਰਮੀ ਸੀ। ਗੁਰੂ ਪਿਆਰਿਓ, ਹੁਣ ਇਹ ਜਿਹੜਾ ਬੰਦੀਖਾਨਾ ਸੀ ਤੇ ਉਹਦੇ ਭਾਗ ਵੀ ਜਾਗ ਪਏ, ਕਿਉਂਕਿ ਸਤਿਗੁਰੂ ਜੀ ਨੇ ਉੱਥੇ ਦਿਨੇ ਵੀ ਰਾਤ ਵੀ ਨਾਮ ਭਜਨ ਬੰਦਗੀ ਕੀਰਤਨ ਤੇ ਗੁਰਬਾਣੀ ਦਾ ਪ੍ਰਵਾਹ ਚਲਾਇਆ। ਗੁਰੂ ਜੀ ਦੇ ਦੇਵ ਦਰਸ਼ਨ ਅੰਮ੍ਰਿਤ ਵਚਨਾਂ ਨੇ ਰਾਜਪੂਤ ਜਿਹੜੇ ਰਾਜੇ ਉੱਥੇ ਕੈਦ ਸੀ ਉਹਨਾਂ ਦੀ ਸੂਰਤ ਨੂੰ ਹਲੂਣਾ ਦਿੱਤਾ ਤੇ ਉਹਨਾਂ ਦੀ ਅੰਤਰ ਆਤਮਾ ਜਿਹੜੀ ਸੀ ਬਲਵਾਨ ਹੋ ਗਈ। ਉਹ ਵੀ ਰਜਾ ਵਿੱਚ ਰਾਜੀ ਰਹਿਣ ਲੱਗ ਗਏ। ਇੱਥੇ ਜਦੋਂ ਮਹਾਰਾਜ ਕਿਲੇ ਵਿੱਚ ਬੰਦ ਸੀ ਨਾ, ਤਾਂ ਮਹਾਰਾਜ ਨੂੰ ਮਾਰਨ ਵਾਸਤੇ ਚੰਦੂ ਨੇ ਸਾਜ਼ਿਸ਼ਾਂ ਵੀ ਬਹੁਤ ਰਚੀਆਂ। ਉਹਨੇ ਜ਼ਹਿਰੀਲਾ ਚੋਲਾ ਵੀ ਭੇਜਣ ਦਾ ਪ੍ਰਯਾਸ ਕੀਤਾ। ਜੇਲਰ ਨੂੰ ਚਿੱਠੀ ਲਿਖੀ। ਜੇਲਰ ਜਿਹੜਾ ਸੀ ਉਹਦਾ ਨਾਂ ਹਰੀਦਾਸ ਸੀ। ਉਹਨੂੰ ਚਿੱਠੀ ਲਿਖੀ ਕਿ ਭਾਈ ਤੂੰ ਜੇ ਹਰਗੋਬਿੰਦ ਸਾਹਿਬ ਨੂੰ ਮਾਰ ਦੇਵੇਂਗਾ ਤਾਂ ਮੇਰੀ ਮਦਦ ਕਰੇਗਾ। ਮੈਂ ਜ਼ਹਿਰੀਲਾ ਚੋਲਾ ਭੇਜਾਂਗਾ, ਉਹਨਾਂ ਨੂੰ ਪਹਿਨਾ ਦੇਵੀਂ। ਪਹਿਨਦਿਆਂ ਸਾਰ ਉਹਨਾਂ ਦੀ ਮੌਤ ਹੋ ਜਾਵੇਗੀ। ਪਰ ਇਹ ਜੇਲਰ ਹਰੀਦਾਸ ਸਤਿਗੁਰੂ ਜੀ ਦਾ ਸ਼ਰਧਾਲੂ ਸੀ। ਇਹ ਇੱਕ ਸਿੱਖੀ ਖਾਨਦਾਨ ਵਿੱਚੋਂ ਸੀ ਜੋ ਆਗਰੇ ਸ਼ਹਿਰ ਦਾ ਨਿਵਾਸੀ ਸੀ। ਸਤਿਗੁਰੂ ਜੀ ਤੇ ਸ਼ਰਧਾ ਰੱਖਦਾ ਸੀ। ਗੁਰੂ ਜੀ ਵਾਸਤੇ ਜੋ ਸੁੱਖ ਦੇ ਸਾਧਨ ਹੁੰਦੇ ਹਨ, ਖਾਣਾ ਪੀਣਾ ਆਦਿ, ਗੁਰੂ ਜੀ ਦੇ ਲੰਗਰ ਵਿੱਚ ਭੇਜ ਦਿੰਦਾ ਸੀ। ਪਰ ਗੁਰੂ ਜੀ ਨੇ ਉਹਨੂੰ ਕਿਹਾ, ਭਾਈ ਜਿਹੜੀ ਇਹ ਸ਼ਾਹੀ ਅਹਿਲਕਾਰ ਦੇ ਰਾਹੀਂ ਰਸਦ ਆਉਂਦੀ ਹੈ, ਇਹ ਅਸੀਂ ਨਹੀਂ ਛਕ ਸਕਦੇ। ਬਾਦਸ਼ਾਹ ਦਾ ਦਿੱਤਾ ਅਸੀਂ ਨਹੀਂ ਛਕਣਾ। ਅਸੀਂ ਤਾਂ ਜਿਹੜੇ ਸਾਡੇ ਸਿੱਖ ਹਨ, ਕੀਰਤ ਕਰਕੇ ਆਉਣਗੇ, ਉਹ ਕਮਾ ਕੇ ਲਿਆਉਣਗੇ ਨਾ, ਉਹਦੇ ਨਾਲ ਹੀ ਅੰਨ ਪਾਣੀ ਛਕਣਾ ਕਰਾਂਗੇ। ਤਾਂ ਸਤਿਗੁਰੂ ਜੀ ਦੇ ਸਿੱਖ ਜਾਂਦੇ ਰਹੇ, ਬਾਹਰ ਕੀਰਤ ਕਰਦੇ ਰਹੇ ਹਨ। ਗੁਰੂ ਪਿਆਰਿਓ, ਗਵਾਲੀਅਰ ਦਾ ਜਿਹੜਾ ਕਿਲਾ ਸੀ, ਇਹਦੇ ਬਾਰੇ ਗੱਲ ਪ੍ਰਸਿੱਧ ਹੈ। ਜੋ ਅੰਦਰ ਗਿਆ ਉਹ ਵਾਪਸ ਨਹੀਂ ਆਇਆ। ਇੱਥੋਂ ਦੇ ਕੈਦੀਆਂ ਨੂੰ ਬੜੀ ਭਿਆਨਕ ਸਜ਼ਾ ਦਿੱਤੀ ਜਾਂਦੀ ਸੀ ਤੇ ਕਿਲੇ ਤੋਂ ਬਾਹਰ ਸੰਗਤਾਂ ਨੇ ਦੇਖਿਆ ਕਿ ਮਹਾਰਾਜ ਬਾਹਰ ਨਹੀਂ ਆ ਰਹੇ ਹਨ। ਗਿਣਤੀ ਦੇ ਕੁਝ ਸਿੱਖ ਜਿਹੜੇ ਸਨ, ਸਤਿਗੁਰੂ ਜੀ ਵਾਸਤੇ ਉਡੀਕਦੇ ਕਿਲੇ ਦੀ ਕੰਧ ਨੂੰ ਮੱਥਾ ਟੇਕ ਕੇ ਵਾਪਸ ਮੁੜ ਜਾਂਦੇ। ਹੌਲੀ ਹੌਲੀ ਇਹ ਗਿਣਤੀ ਵੱਧਦੀ ਗਈ ਤੇ ਇਤਿਹਾਸ ਦੱਸਦਾ ਹੈ ਬਾਬਾ ਬੁੱਢਾ ਸਾਹਿਬ ਜੀ ਵੀ ਆਏ ਮਾਤਾ ਜੀ ਤੋਂ ਆਗਿਆ ਪਾ ਕੇ ਕਿ ਗੁਰੂ ਸਾਹਿਬ ਜੀ ਕਿਲੇ ਵਿੱਚੋਂ ਕਦੋਂ ਬਾਹਰ ਆਉਣਗੇ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸੰਗਤ ਦਰਸ਼ਨ ਕਰਨ ਆਉਂਦੀ ਸੀ, ਪਰ ਜਦੋਂ ਸਤਿਗੁਰੂ ਜੀ ਬਾਰੇ ਪੁੱਛਣਾ ਤਾਂ ਕਹਿਣਾ ਉਹ ਜਹਾਂਗੀਰ ਬਾਦਸ਼ਾਹ ਦੇ ਕੋਲ ਗਏ ਹੋਏ ਹਨ। ਤਾਂ ਉਸ ਵਕਤ ਉਹਨਾਂ ਨੂੰ ਇਸ ਤਰ੍ਹਾਂ ਲੱਗਣਾ ਕਿ ਮਹਾਰਾਜ ਜੀ ਦੇ ਦੀਦਾਰ ਹੋਣ। ਸਿੱਖ ਪਾਵਨ ਸਥਾਨ ਦੀ ਹਾਜ਼ਰੀ ਤਾਂ ਭਰਦੇ ਸੀ, ਪਰ ਸਤਿਗੁਰੂ ਜੀ ਦੇ ਦਰਸ਼ਨਾਂ ਤੋਂ ਵਿਆਕੁਲ ਹੋ ਜਾਂਦੇ। ਬਾਬਾ ਬੁੱਢਾ ਜੀ ਬਜ਼ੁਰਗ ਉਮਰ ਦੇ ਵਿੱਚ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲਦੇ ਹਨ। ਇੱਥੋਂ ਦਾ ਜੇਲਰ ਬਾਬਾ ਬੁੱਢਾ ਜੀ ਦਾ ਬਹੁਤ ਸਤਿਕਾਰ ਕਰਦਾ ਹੈ ਤੇ ਮਿਲਣੀ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਗਿਆ ਪਾ ਕੇ ਮਿਲਾ ਦਿੰਦਾ ਹੈ। ਗੁਰੂ ਜੀ ਬਹੁਤ ਸਤਿਕਾਰ ਕਰਦੇ ਹਨ ਬਾਬਾ ਬੁੱਢਾ ਸਾਹਿਬ ਜੀ ਦਾ। ਫਿਰ ਇਹ ਸੰਗਤਾਂ ਦੀ ਗਿਣਤੀ ਵਧਣ ਲੱਗੀ। ਸਤਿਗੁਰੂ ਜੀ ਨੂੰ ਇਸ ਤਰ੍ਹਾਂ ਸੰਗਤਾਂ ਮੱਥਾ ਟੇਕਣ ਆਉਂਦੀਆਂ ਹਨ। ਫਿਰ ਜਹਾਂਗੀਰ ਨੇ ਜਾਣ ਲਿਆ ਕਿ ਇਹ ਜੋ ਕੁਝ ਹੋ ਰਿਹਾ ਹੈ, ਕਿਤੇ ਬਾਕੀ ਨਾ ਹੋ ਜਾਣ ਸਾਰੇ ਸਿੱਖ। ਇਸ ਕਰਕੇ ਵੱਡਾ ਜਿਹਾਦ ਖੜਾ ਹੋ ਜਾਵੇਗਾ।
ਤੇ ਉਹਨੂੰ ਦਬਾਉਣਾ ਮੁਸ਼ਕਿਲ ਹੋ ਜਾਵੇਗਾ, ਕਿਉਂਕਿ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਆ ਕੇ ਗਵਾਲੀਅਰ ਆਉਂਦੀਆਂ ਸੀ ਤੇ ਕਿਲੇ ਦੀ ਪਰਿਕਰਮਾ ਕਰਕੇ ਮੱਥਾ ਟੇਕਣਾ, ਫਿਰ ਪਿਛਾਂਹ ਮੁੜ ਜਾਣਾ। ਇਹ ਪ੍ਰੇਮਾ ਭਗਤੀ ਸੀ। ਦਰਸ਼ਨਾਂ ਦੀ ਤਾਂਘ ਦੇਸ਼ ਭਰ ਵਿੱਚ ਫੈਲ ਗਈ। ਰਾਜ ਦਰਬਾਰ ਵਿੱਚ ਵੀ ਚਰਚਾ ਹੋਣ ਲੱਗ ਪਈ, ਕਿਉਂਕਿ ਗੁਰਸਿੱਖਾਂ ਦਾ ਇਹ ਰਵੱਈਆ ਕਿਸੇ ਭਾਰੀ ਬਗਾਵਤ ਦੀ ਤਰ੍ਹਾਂ ਲੱਗ ਰਿਹਾ ਸੀ। ਸਾਰੇ ਦੇਸ਼ ਵਿੱਚ ਬੇਚੈਨੀ ਫੈਲ ਰਹੀ ਸੀ। ਇੱਕ ਉੱਤੋਂ ਬਗਾਵਤ ਹੋਣ ਦਾ ਵੀ ਡਰ ਸੀ। ਫਿਰ ਜਹਾਂਗੀਰ ਤੇ ਅਹਿਲਕਾਰਾਂ ਨੇ ਸਲਾਹ ਮਸ਼ਵਰਾ ਕੀਤਾ ਤੇ ਬਾਦਸ਼ਾਹ ਜਹਾਂਗੀਰ ਨੇ ਕਿਲੇ ਦੀਆਂ ਰਿਪੋਰਟਾਂ ਸੁਣ ਕੇ ਸੋਚਿਆ ਕਿ ਇਸ ਔਕੜ ਦਾ ਹੱਲ ਕੀਤਾ ਜਾਵੇ, ਨਹੀਂ ਤਾਂ ਜਨਤਾ ਵਿੱਚ ਬਹੁਤ ਜ਼ਿਆਦਾ ਰੋਸ ਫੈਲ ਜਾਵੇਗਾ। ਤੇ ਫਿਰ ਸਲਾਹ ਕੀਤੀ, ਜਿਨ੍ਹਾਂ ਵਿੱਚ ਪੀਰ ਜਲਾਲਦੀਨ ਤੇ ਸਾਈਂ ਮੀਆਂ ਮੀਰ ਜੀ ਇਹ ਖਾਸ ਵਿਅਕਤੀ ਸਨ, ਜਿਨ੍ਹਾਂ ਦਾ ਗੁਰੂ ਘਰ ਦੇ ਨਾਲ ਪਿਆਰ ਬਹੁਤ ਸੀ। ਇਹਨਾਂ ਤੋਂ ਇਲਾਵਾ ਵਜ਼ੀਰ ਖਾਂ ਲਾਹੌਰੀਏ ਦੀ ਵੀ ਸਲਾਹ ਲਈ ਗਈ। ਇਹਨਾਂ ਸਾਰਿਆਂ ਨੇ ਇਹ ਸਲਾਹ ਦਿੱਤੀ ਕਿ ਬਾਦਸ਼ਾਹ ਜੀ ਦੇਖੋ, ਰੱਬ ਦੇ ਪਿਆਰਿਆਂ ਨੂੰ ਇਸ ਤਰ੍ਹਾਂ ਕੈਦ ਵਿੱਚ ਰੱਖਣਾ ਚੰਗੀ ਗੱਲ ਨਹੀਂ ਹੁੰਦੀ। ਇਹ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹਨ। ਇਹਨਾਂ ਵਿੱਚ ਵੀਰ ਰਸ ਵੀ ਹੈ। ਬਹੁਤ ਸਿੱਖ ਸੰਗਤਾਂ ਇਹਨਾਂ ਅੱਗੇ ਸੀਸ ਝੁਕਾਉਂਦੀਆਂ ਹਨ। ਸੱਚੇ ਪਾਤਸ਼ਾਹ ਦਾ ਇਹਨਾਂ ਨੂੰ ਰੁਤਬਾ ਪ੍ਰਾਪਤ ਹੈ। ਇਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰ ਦਿੱਤਾ ਜਾਵੇ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕਤਲ ਦਾ ਜ਼ਿੰਮੇਦਾਰ ਚੰਦੂ ਨੂੰ ਠਹਿਰਾ ਕੇ ਸਿੱਖਾਂ ਦੇ ਹਵਾਲੇ ਕਰ ਦੇਈਏ। ਇਹਦੇ ਨਾਲ ਜਿਹੜੀ ਕਠੋਰਤਾ ਹੈ ਨਾ, ਜਾਂ ਸਿੱਖਾਂ ਵਿੱਚ ਵਿਰੋਧਤਾ ਹੈ, ਉਹ ਠੰਡੀ ਹੋ ਜਾਵੇਗੀ। ਗੁਰੂ ਪਿਆਰਿਓ, ਅਜਿਹਾ ਹੀ ਹੋਇਆ। ਫਿਰ ਅਖੀਰਕਾਰ ਬਾਦਸ਼ਾਹ ਜਹਾਂਗੀਰ ਨੂੰ ਇਹਨਾਂ ਪੀਰਾਂ ਦਾ ਹੁਕਮ ਮੰਨਣਾ ਪਿਆ ਤੇ ਗਵਾਲੀਅਰ ਦੇ ਕਿਲੇ ਵਿੱਚੋਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਿਹਾ ਕਰਨ ਦਾ ਹੁਕਮ ਦੇਣਾ ਪਿਆ। ਵਜ਼ੀਰ ਖਾਂ ਲਾਹੌਰੀ ਜਦੋਂ ਬਾਦਸ਼ਾਹ ਦੇ ਹੁਕਮ ਅਨੁਸਾਰ ਗਵਾਲੀਅਰ ਦੇ ਕਿਲੇ ਵਿੱਚ ਗਿਆ, ਕਿਲੇ ਦੇ ਰਾਹੀਂ ਸਤਿਗੁਰੂ ਕੋਲ ਖਬਰ ਪਹੁੰਚੀ ਹੈ ਕਿ ਬਾਦਸ਼ਾਹ ਨੇ ਉਹਨਾਂ ਦੀ ਰਿਹਾਈ ਦਾ ਹੁਕਮ ਦੇ ਦਿੱਤਾ ਹੈ, ਤਾਂ ਮਹਾਰਾਜ ਨੇ ਕਿਲੇ ਤੋਂ ਬਾਹਰ ਆਉਣ ਲਈ ਇਨਕਾਰ ਕਰ ਦਿੱਤਾ। ਮਹਾਰਾਜ ਕਹਿੰਦੇ, ਅਸੀਂ ਉਹਨਾਂ ਚਿਰ ਤੱਕ ਬਾਹਰ ਨਹੀਂ ਆਵਾਂਗੇ ਜਦੋਂ ਤੱਕ ਇਹ ਰਾਜੇ ਜਿੰਨੇ ਵੀ ਇੱਥੇ ਕੈਦ ਹਨ, ਇੱਥੇ ਨਰਕ ਦਾ ਜੀਵਨ ਬਸਰ ਕਰ ਰਹੇ ਹਨ, ਜਦੋਂ ਤੱਕ ਇਹਨਾਂ ਨੂੰ ਰਿਹਾ ਨਹੀਂ ਕਰ ਦਿੱਤਾ ਜਾਂਦਾ। ਇੱਥੇ ਸਤਿਗੁਰੂ ਜੀ ਦੀ ਜੋ ਦਇਆ ਹੈ, ਕਿਸੇ ਪ੍ਰਤੀ ਭਲਾ ਕਰਨ ਦੀ ਭਾਵਨਾ, ਇੱਥੋਂ ਪਤਾ ਲੱਗਦਾ ਹੈ ਕਿ ਆਮ ਕੈਦੀ ਹੋਵੇ, ਉਹਨੂੰ ਆਪਣੀ ਹੀ ਪਈ ਹੁੰਦੀ ਹੈ ਕਿ ਮੈਂ ਦੂਜਿਆਂ ਤੋਂ ਕੀ ਲੈਣਾ, ਮੇਰੀ ਰਿਹਾਈ ਜਿਹੜੀ ਹੈ ਨਾ ਬਹਾਲ ਹੋ ਗਈ ਹੈ, ਮੈਂ ਕਿਸੇ ਤੋਂ ਕੀ ਲੈਣਾ ਹੈ। ਪਰ ਮਹਾਰਾਜ ਨੇ ਕਿਹਾ, ਨਹੀਂ ਭਾਈ, ਇਹਨਾਂ ਨੂੰ ਇੱਥੇ ਤੰਗ ਬਹੁਤ ਕੀਤਾ ਜਾਂਦਾ ਹੈ, ਸੰਗਲਾਂ ਦੇ ਨਾਲ ਬੰਨ੍ਹਿਆ ਜਾਂਦਾ ਹੈ, ਇਹਨਾਂ ਦੀ ਰਿਹਾਈ ਬੜੀ ਜ਼ਰੂਰੀ ਹੈ। ਜਦੋਂ ਬਾਦਸ਼ਾਹ ਤੱਕ ਇਹ ਖਬਰ ਪਹੁੰਚੀ ਤਾਂ ਸਤਿਗੁਰੂ ਜੀ ਦੇ ਇਸ ਉਪਕਾਰ ਨੂੰ ਸਲਾਹਿਆ ਗਿਆ। ਦਰਬਾਰੀਆਂ ਵਿੱਚੋਂ ਕਈਆਂ ਨੇ ਇਸ ਤਰ੍ਹਾਂ ਕਿਹਾ ਕਿ ਇਹਨਾਂ ਨੂੰ ਬਾਹਰ ਨਾ ਆਉਣ ਦਿੱਤਾ ਜਾਵੇ, ਪਰ ਗੁਰੂ ਜੀ ਦੀ ਮੰਗ ਸੀ ਕਿ ਅਸੀਂ ਇਸੇ ਤਰ੍ਹਾਂ ਹੀ ਬਾਹਰ ਆਉਣਾ ਹੈ। ਗੁਰੂ ਪਿਆਰਿਓ, ਕਈ ਇਤਿਹਾਸਕਾਰ ਇਹ ਵੀ ਕਹਿੰਦੇ ਹਨ ਕਿ ਸੁਪਨੇ ਦੇ ਵਿੱਚ ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ, ਬਾਬਾ ਬੁੱਢਾ ਜੀ ਤੋਂ ਆਗਿਆ ਲੈ ਕੇ ਸ਼ੇਰ ਬਣ ਕੇ ਬਾਦਸ਼ਾਹ ਜਹਾਂਗੀਰ ਨੂੰ ਡਰਾਉਂਦੇ ਰਹੇ। ਬਾਦਸ਼ਾਹ ਨੂੰ ਨੀਂਦ ਨਹੀਂ ਆਉਂਦੀ ਸੀ, ਤਰਪ ਜਾਂਦਾ ਸੀ, ਡਰ ਜਾਂਦਾ ਸੀ। ਮਹਾਰਾਜ ਆਪਣੇ ਸਿੱਖਾਂ ਨੂੰ ਫਿਰ ਆਪਣਾ ਰੁਮਾਲ ਅੱਗੇ ਕਰਕੇ ਇਸ ਤਰ੍ਹਾਂ ਕਰਨ ਤੋਂ ਰੋਕਦੇ ਵੀ ਰਹੇ ਹਨ। ਬਾਦਸ਼ਾਹ ਜਹਾਂਗੀਰ ਦਿਲੋਂ ਚਾਹੁੰਦਾ ਸੀ, ਮਸਾਂ ਮੈਂ ਰਾਜੇ ਕੈਦ ਕੀਤੇ ਹਨ, ਦਿਲ ਨਹੀਂ ਕਰਦਾ ਸੀ ਕਿ ਮੈਂ ਇਹਨਾਂ ਨੂੰ ਛੱਡਾਂ, ਪਰ ਅਖੀਰਕਾਰ ਉਹਨੂੰ ਇਹ ਜਿਹੜੀ ਸਤਿਗੁਰੂ ਜੀ ਦੀ ਮੰਗ ਸੀ ਤੇ ਉਹਨੂੰ ਝੁਕਣਾ ਹੀ ਪਿਆ। ਇਹ ਰਾਜਸੀ ਕੈਦੀ ਹਨ, ਕਿਸੇ ਨਾ ਕਿਸੇ ਇਲਾਕੇ ਦੇ ਹੁਕਮਰਾਨ ਹਨ। ਸਤਿਗੁਰੂ ਜੀ ਨੇ ਜੇ ਇਹਨਾਂ ਨੂੰ
कैद तो रिहा करवा दिता तां फिर यह बागी हो जाणगे, फौजां चढ़णगे। इतिहास विच लिखिया है, बादशाह जहांगीर ने फिर हुक्म दिता ते अपने मन विच योजना बनाई कि ਜਿਹੜੇ कैदी गुरु ਦਾ पल्ला फड़ के बाहर आ जाणगे ना, ਉਹਨਾਂ ਨੂੰ गुरु ਦੇ ਨਾਲ ਰਿਹਾ कर दिता जावेगा। मेरी पीरी दे मालक सच्चे पातशाह जी ने जदों बादशाह की गल सुनी है कि बादशाह जहांगीर चलाकी खेड रहा है, तां महाराज ने एक भारी चोला जी दियां 50 कलियां सी पहनते हैं ते 50 कैदियां ने एक एक कली फड़ी है ते बाकी दे दोहां ने 2 बंद दियां तणियां लगियां हुंदियां हैं, ओह फड़ लईयां। 52 ਦੇ 52 राजे बाहर आ गए। उस दिन तो सतगुरु जी का नाम बंदी छोड़ सतगुरु देश भर विच प्रसिद्ध हो गया ते अज तक ग्वालियर के किले विच उस जगह नूं जिथे महाराज बैठ के साथियां नूं नाम दान देंदे रहे हैं, बंदी छोड़ दी जगह करके पूजिया जाता है। हिंदू सिख अते मुसलमान सारे श्रद्धा नाल इस जगह ते आके शीश निवाउंदे हन। यह जगह ग्वालियर के किले दे विच तलाब दे कोल है। गुरु प्यारिओ, सतगुरु जी बंदी छोड़ हन, जन्म मरण की फाही कट देंदे हन। सतगुरु श्री हरगोबिंद साहिब जी ग्वालियर के किले विचों 52 राजियां समेत बाहर आए ते श्री अमृतसर की धरती ते पहुँचे। उत्थे बहुत संगतां ने घिओ दे दीवे बाले हैं, बड़ियां खुशियां मनाइयां गईयां ते यह दिवाली करके भी त्योहार करके भी जानिया जाता है। सिख हिंदू अते मुसलमान सारे ही इस त्योहार नूं मनाउंदे हैं। सो गुरु प्यारी साध संगत जी, होइयां भुल्लां चुक्कां दी खिमा बख्शणी। वीडियो नूं लाइक करना, अपने यारां दोस्तां मित्रां नाल शेयर करना, कमेंट विच धन गुरु नानक लिखना। वाहिगुरु जी का खालसा, वाहिगुरु जी की फतेह।